ਉਹਨੂੰ ਜੀ ਤਕਲੀਫ ਜੀ ਜਦੋਂ ਦਿਹਾੜੀ ਨਹੀਂ ਮਿਲਦੀ ਸੀ ਜੀ, ਤਾਂ ਕਰਕੇ ਉਹਨੇ ਫਾਹਾ ਲੈ ਲਿਆ ਸੀ ਜੀ। ਫਿਰ ਮੇਰੀ ਬੇਬੇ ਕਹਿੰਦੀ ਲਾ ਲਓ, ਕਹਿੰਦੇ ਹੁਣ ਤਾਂ ਪੂਰਾ ਹੋਇਆ ਪਿਆ। ਤੜਕੇ ਸਰਪੰਚ ਨੇ ਸੱਦ ਕੇ ਉਹਨੇ ਫੋਟੋ ਲਈ। ਫਿਰ ਪੁਲਿਸ ਵਾਲੇ ਲਗਾਏ। ਰਾਤ 8 ਵਜੇ ਦਾ ਟਾਈਮ ਸੀ ਜੀ। ਸਾਨੂੰ ਪਰ ਡੈਡੀ ਦੀ ਯਾਦ ਆਉਂਦੀ ਹੈ, ਡਰ ਲੱਗਦਾ ਜੀ। ਆਪੇ ਫਾਹਾ ਲੈ ਲਿਆ ਜੀ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਤੇ ਇੱਧਰੋਂ ਗੁਆਂਢੀਆਂ ਦਾ ਮੁੰਡਾ ਆਇਆ ਸੀ ਉਹਦੇ ਕੋਲ, ਉਹਨੂੰ ਪਤਾ ਲੱਗਿਆ, ਉਹਨੇ ਸਾਨੂੰ ਦੱਸਿਆ। ਫਿਰ ਅਸੀਂ ਭੱਜ ਕੇ ਆਏ, ਉਹਨੂੰ ਮੁੱਕਿਆ ਪਿਆ। ਇਹਦੇ ਜਿਹੜੇ ਘਰ ਵਾਲੀ ਸੀ ਉਹ ਅੱਖਾਂ ਤੋਂ ਅੰਨੀ ਸੀਗੀ, 2 ਗੁੱਡੀਆਂ ਸੀ ਇਹਦੇ, 1 ਬੇਟਾ ਸੀਗਾ। ਗੁੱਡੀ ਵੀ ਜੋ ਢਿੱਲੀ ਰਹਿੰਦੀ ਸੀ, ਉਹਦੇ ਦਵਾਈ ਬੂਟੀ ਦੇ ਪੈਸੇ ਉਹ ਵੀ ਪਿੰਡ ਵਿੱਚ ਮੰਗ ਕੇ ਵਿਚਾਰਾ ਇਲਾਜ ਕਰਵਾਉਂਦਾ ਰਿਹਾ। ਉਹ ਵਿਚਾਰਾ ਇੰਨਾ ਅੱਕ ਗਿਆ ਵੀ ਇੱਥੇ ਕੋਈ ਸਾਧਨ, ਕੋਈ ਵਸੀਲਾ, ਦਿਹਾੜੀ ਚੱਲਦੀ ਨਹੀਂ ਸੀ, ਬਿਲਕੁਲ ਹੀ ਨਰਮੇ ਸਾਡੇ ਖਤਮ ਨੇ। ਇਸ ਕਰਕੇ ਉਹਦਾ ਮਨ ਅੱਕ ਗਿਆ, ਇਸ ਕਰਕੇ ਉਹਨੇ ਸੁਈਸਾਈਡ ਕਰ ਲਈ। ਉਹ ਕਹਿੰਦੀ ਵੀ ਲਾ ਲਓ, ਉਹ ਕਹਿੰਦੇ ਹੁਣ ਤਾਂ ਕਿੱਥੋਂ ਲਾ ਲਾਂਗੇ, ਵੀ ਹੁਣ ਤਾਂ ਪੂਰਾ ਹੋਇਆ ਪਿਆ। ਜੋ ਕੁਦਰਤੀ ਮਾਰ ਪਈ ਹੋਈ ਹੈ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਤੇ ਨਰਮੇ ਦੀ ਬੈਲਟ ਹੋਣ ਕਾਰਨ, ਜਿਹੜੀ ਗੁਲਾਬੀ ਸੁੰਡੀ ਪਈ ਹੈ ਉਹਨੇ ਬਹੁਤ ਜ਼ਿਮੀਂਦਾਰਾਂ ਨੇ ਬਹੁਤ ਨੁਕਸਾਨ ਕੀਤਾ ਤੇ ਨਾਲ ਮਜ਼ਦੂਰਾਂ ਦਾ ਵੀ ਉਹਨਾਂ ਹੈ। ਉਹਨੂੰ ਜੀ ਕੋਈ ਕੰਮ ਧੰਦਾ ਨਹੀਂ ਮਿਲਦਾ, ਤਾਂ ਫਾਹਾ ਲੈ ਲਿਆ ਸੀ ਉਹਨੇ। ਜਿੱਥੇ ਕਿਸਾਨ ਜਾ ਰਹੇ ਨੇ, ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ, ਉੱਥੇ ਮਜ਼ਦੂਰ ਵੀ ਕਰ ਰਹੇ ਹੈ। ਨਰਮੇ ਦੀ ਚੁਗਾਈ ਤੱਕ ਨਹੀਂ ਹੋ ਰਹੀ, ਖਾਣ ਨੂੰ ਰੋਟੀ ਨਹੀਂ ਹੈ। ਔਰ ਇਸ ਘਰ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਸ਼ਾਇਦ ਇੱਥੇ ਚੁੱਲ੍ਹਾ ਤਾਂ ਬਹੁਤ ਦੂਰ ਦੀ ਗੱਲ ਹੈ, ਪਾਣੀ ਤੱਕ ਤੁਹਾਨੂੰ ਸ਼ਾਇਦ ਹੀ ਨਸੀਬ ਹੋਵੇ, ਸ਼ਾਇਦ ਹੀ ਦਿਖੇ। 9 ਤੇ ਟੈਕਸ਼ਨ ਹੈ। ਇੱਕ ਕੁੜੀ ਨੂੰ, ਇਹ ਤੋਂ ਵੱਡੀ ਕੁੜੀ ਹੈ ਆਹ ਮੁੰਡੇ ਤੋਂ, ਉਹਨੂੰ ਨਾਲ ਲੈ ਗਈ ਹੈ। ਕਹਿੰਦੀ ਮੈਂ ਬੀਵੜੀਆਂ ਤੇ ਮਿੱਟੀ ਕੱਢ ਕੇ ਆਉਣੀ ਆ, ਮੁੜ ਕੇ ਆਈ ਨਹੀਂ। ਹੁਣ ਅਸੀਂ ਉਹਦੇ ਪੇਕੇ ਵੀ ਪਤਾ ਕਰਿਆ ਸੀ ਫੋਨ ਕਰਕੇ, ਅਸੀਂ ਦੱਸ ਵੀ ਦਿੱਤਾ ਸੀ ਵੀ ਕਾਕੇ ਦੀ ਮੌਤ ਹੋ ਗਈ, ਸਾਨੂੰ ਦੱਸ ਦਿਓ ਜੇ ਇੱਥੇ ਆਈ ਹੈ। ਉਹਦੇ ਵੀ ਜੇ ਆਈ ਹੁੰਦੀ ਅਸੀਂ ਦੱਸ ਦਿੰਦੇ, ਇੱਥੇ ਆਈ ਨਹੀਂ। ਯਾਦ ਆਉਂਦੀ ਹੈ ਮੰਮੀ ਦੀ? ਹਾਂਜੀ। ਮਿਲ ਕੇ ਨਹੀਂ ਗਈ ਮੰਮੀ ਜਿਸ ਦਿਨ ਗਈ? ਹਾਂਜੀ। ਸਕੂਲ ਸੀਗਾ ਪੁੱਤ ਤੂੰ? ਹਾਂਜੀ। ਤੇ ਫਿਰ ਦੀਦੀ ਨੇ ਦੱਸਿਆ ਘਰੇ ਆਏ ਨੂੰ ਵੀ ਮੰਮੀ ਗਈ? ਹਾਂਜੀ। ਇੱਥੇ ਇਸ ਘਰ ਚ ਆਉਣ ਤੇ ਜੀ ਨਹੀਂ ਕਰਦਾ ਹੁਣ? ਨਹੀਂ, ਅਸੀਂ ਰਵਾਂਗੇ ਤੇ ਇੱਥੇ, ਪਰ ਡਰ ਲੱਗਦਾ ਇੱਥੋਂ। ਸਾਨੂੰ ਆ ਮੁੰਡਾ ਗੁਆਂਢੀਆਂ ਦਾ ਆਇਆ ਸੀ, ਉਹ ਨਾ ਕਾਕੇ ਤੂੰ ਘਰੇ ਹੈ, ਉਹ ਵੀ ਜੇ ਮੂਹਰੋਂ ਬੋਲੇ ਤਾਂ ਹੋਵੇ ਤਾਂ ਬੋਲੇ। ਉਹਨੇ ਫੇਰ ਬੋਲ ਮਾਰਿਆ, ਅਸੀਂ ਕਾਕੇ ਤੂੰ ਘਰੇ ਹੈ, ਅਗੇ ਕੰਜਰ ਦਾ ਤੂੰ ਬੋਲਤਾ ਪਏ, ਉਹਨੇ ਇਹ ਆਖਿਆ। ਫਿਰ ਉਹਦੇ ਕੋਲ ਬੈਟਰੀ ਸੀ, ਉਹਨੇ ਲਾਈਟ ਮਾਰ ਕੇ ਦੇਖਿਆ ਤਾਂ ਫਿਰ ਸਾਨੂੰ ਆ ਕੇ ਦੱਸਿਆ ਉਹਨੇ। ਪੰਜਾਬ 'ਚ ਗੁਲਾਬੀ ਸੁੰਡੀ ਦੀ ਐਸੀ ਮਾਰ ਪਈ ਕਿ ਫਸਲ ਤਬਾਹ ਹੋਣ ਨਾਲ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਦੇ ਰਾਹ ਤੇ ਪੈ ਗਏ ਨੇ। ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਅੰਦੋਲਨ, ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਨਵਾਂ ਸੰਘਰਸ਼ ਸ਼ੁਰੂ ਹੋਇਆ। ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ 2400 ਜਾਂ ਵੱਧ ਤੋਂ ਵੱਧ 12,000 ਰੁਪਇਆ, ਪਰ ਜਿਨ੍ਹਾਂ ਦੇ ਘਰ ਦੇ ਦੀਵੇ ਬੁਝ ਗਏ ਹੈ, ਰੋਟੀ ਪੱਕਦੀ ਨਹੀਂ, ਉਹਨਾਂ ਤੋਂ ਪੁੱਛੋ ਕਿ ਮੁਆਵਜ਼ਿਆਂ ਦਾ ਕੀ ਕਰਨਾ। ਛੋਟੇ ਛੋਟੇ ਬਾਲ ਜਿਨ੍ਹਾਂ ਦੇ ਪਿਓ ਦਾ ਸਿਰ ਦਾ ਸਾਇਆ ਚੱਕਿਆ ਗਿਆ। ਔਰ ਇਹ ਘਰ ਜਿਹੜਾ ਇਹ ਕਾਕਾ ਸਿੰਘ ਦਾ ਘਰ ਹੈ। ਇਹ ਤਸਵੀਰ ਜਿਹੜੀ ਹੈ ਜਜ਼ਬਾਤੀ ਕਰਦੀ ਹੈ। ਇਹ ਜਿਹੜੀ ਕੁੰਡੀ ਦੇਖ ਰਹੇ ਹੋ, ਇਸੇ ਕੁੰਡੀ ਦੇ ਨਾਲ ਕਾਕਾ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ, ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ। ਪਰਿਵਾਰ ਨੇ ਜਦੋਂ ਦੇਖਿਆ, ਨੇੜੇ ਤੇੜੇ ਪਿੰਡ ਵਾਲਿਆਂ ਨੇ ਦੇਖਿਆ, ਤਾਂ ਇਸੇ ਕੁੰਡੀ ਦੇ ਨਾਲ 8 ਫੁੱਟ ਦਾ ਇਹ ਗੇਟ ਹੋਣਾ, ਜਿਹਦੇ ਨਾਲ ਉਸਨੇ ਫਾਹਾ ਲਿਆ ਤੇ ਇੱਥੇ ਟੰਗਿਆ ਹੋਇਆ ਪਿੰਡ ਵਾਲਿਆਂ ਨੇ ਦੇਖਿਆ। ਰੌਲਾ ਪੈ ਗਿਆ। ਇਹ ਦੀਵਾ ਜੋ ਸ਼ਾਇਦ ਕਾਕਾ ਸਿੰਘ ਜਗਾਉਂਦਾ ਹੋਣਾ ਬੁਝ ਗਿਆ। ਬੱਚੇ ਦਾ ਆਇਡੈਂਟੀ ਕਾਰਡ ਦੱਸਦਾ ਹੈ ਕਿ ਕਿਸੇ ਵੇਲੇ ਬੱਚੀ ਲక్ష్ਮੀ ਸਕੂਲ ਜਾਂਦੀ ਸੀ, ਪਰ ਅੱਜ ਅੰਦਰ ਘਰ ਦੇ ਬੈਠੀ ਮਾਂ ਨੂੰ ਯਾਦ ਕਰ ਰਹੀ ਹੈ। ਮਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ, ਔਰ ਜਿਸ ਦਿਨ ਤੋਂ ਪਿਓ ਨੇ ਫਾਹਾ ਲਿਆ ਉਸ ਦਿਨ ਤੋਂ ਮਾਂ ਦਾ ਵੀ ਨਹੀਂ ਪਤਾ ਕਿ ਮਾਂ ਕਿੱਥੇ ਹੈ। ਭੂਆ ਜਾਂ ਪਿੰਡ ਵਾਲੇ ਸਾਂਭ ਸੰਭਾਲ ਕਰਦੇ ਹੈ। ਔਰ ਘਰ ਦੇ ਹਾਲਾਤ ਤੁਸੀਂ ਦੇਖੋ। ਇਸ ਘਰ ਦੇ ਹਾਲਾਤ ਦੇਖ ਕੇ ਤੁਹਾਨੂੰ ਸ਼ਾਇਦ ਇਸ ਗੱਲ ਤੇ ਸੰਗ ਆ ਜਾਏ, ਸ਼ਰਮ ਆ ਜਾਏ ਕਿ ਅਸੀਂ
ਕੈਸੀ ਸੁਸਾਇਟੀ 'ਚ ਰਹਿੰਦੇ ਆ। ਫਿਰ ਵੀ ਵੱਡੀ ਗੱਲ ਹੈ ਕਿ ਪਿੰਡ ਨੇ ਥਾਂ ਦਿੱਤਾ, ਪਰ ਤੁਸੀਂ ਤਸਵੀਰਾਂ ਦੇਖੋ, ਕੱਲੀ ਕੱਲੀ ਤਸਵੀਰ ਤੁਹਾਨੂੰ ਇਹ ਦੱਸੂਗੀ ਕਿ ਕਿਸ ਤਰੀਕੇ ਨਾਲ ਇਹ ਐਡਾ ਵੱਡਾ ਸੈਟਬੈਕ ਹੈ ਜਿਹਦੀ ਚਰਚਾ ਨਹੀਂ ਹੋ ਰਹੀ। ਜਿੱਥੇ ਕਿਸਾਨ ਜਾ ਰਹੇ ਨੇ, ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ, ਉੱਥੇ ਮਜ਼ਦੂਰ ਵੀ ਕਰ ਰਹੇ ਹੈ। ਨਰਮੇ ਦੀ ਚੁਗਾਈ ਤੱਕ ਨਹੀਂ ਹੋ ਰਹੀ, ਖਾਣ ਨੂੰ ਰੋਟੀ ਨਹੀਂ ਹੈ। ਔਰ ਇਸ ਘਰ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਸ਼ਾਇਦ ਇੱਥੇ ਚੁੱਲ੍ਹਾ ਤਾਂ ਬਹੁਤ ਦੂਰ ਦੀ ਗੱਲ ਹੈ, ਪਾਣੀ ਤੱਕ ਤੁਹਾਨੂੰ ਸ਼ਾਇਦ ਹੀ ਨਸੀਬ ਹੋਵੇ, ਸ਼ਾਇਦ ਹੀ ਦਿਖੇ। ਸੰਤਰਾ ਮੁਦਾਸੀ ਕਹਿੰਦੇ ਆ ਜਿਹੜੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਸ਼ਾਇਦ ਇਸ ਘਰ 'ਚ ਸੂਰਜ ਦੀਆਂ ਕੋਈ ਕਿਰਨਾਂ ਨਹੀਂ ਪਈਆਂ, ਇੱਥੇ ਸੂਰਜ ਨਹੀਂ ਮਗਦਾ, ਕਿਉਂਕਿ ਕਾਕਾ ਸਿੰਘ ਦੇ ਜਾਣ ਤੋਂ ਬਾਅਦ ਬੱਚਿਆਂ ਦੇ ਹਾਲਾਤ ਕੀ ਨੇ। ਔਰ ਇਹ ਬੱਚੀ ਲక్ష్ਮੀ ਹੈ, ਇੱਕ ਇਹਨਾਂ ਦੀ ਛੋਟੀ ਭੈਣ ਹੈ। ਪੁੱਤਰ ਤੁਹਾਡਾ ਕੀ ਨਾਂ ਹੈ? ਹਰਮਨ। ਹਰਮਨ ਹੈ। ਔਰ ਇੱਕ ਮਾਂ ਔਰ ਬੇਟੀ ਜਿਹੜੀ ਹੈ, ਉਹ ਜਿਸ ਦਿਨ ਤੋਂ ਇਹ ਕੰਮ ਹੋਇਆ ਉਹ ਦਿਸੇ ਨਹੀਂ। ਹੋਇਆ ਕੀ ਤੁਹਾਡੇ ਡੈਡੀ ਨੂੰ? ਜੀ ਬਸ ਆਹੀ ਹਾਲਾਤਾਂ ਕਰਕੇ ਦੇਖ ਕੇ ਖੇਤੀਬਾੜੀ ਬਸ ਕੋਈ ਕੰਮ ਨਹੀਂ ਚੱਲਿਆ। ਮਜ਼ਦੂਰੀ ਤੇ ਕੰਮ ਨਹੀਂ ਮਿਲਦਾ ਸੀ। ਹਾਂਜੀ। ਤੇ ਫਿਰ ਤੁਹਾਡੇ ਨਾਲ ਕੋਈ ਗੱਲਬਾਤ ਕਦੇ ਕਰਦੇ ਸੀ ਆ ਕੇ? ਕੋਈ ਕਦੇ ਦੱਸਿਆ ਉਹਨਾਂ ਨੇ ਤੁਹਾਨੂੰ? ਨਹੀਂ ਜੀ ਸਾਨੂੰ ਕਦੇ ਦੱਸਦੇ ਸੀ। ਤੁਸੀਂ ਹੁਣ ਕਿੱਥੇ ਰਹਿੰਦੇ ਹੋ? ਅਸੀਂ ਜੀ ਸਾਨੂੰ ਦਾਦਾ ਦਾਦੀ ਕੋਲ ਜਾ ਜੀ ਸੀ, ਭੂਆ ਕੋਲ। ਇੱਥੇ ਨਹੀਂ ਰਹਿੰਦੇ? ਨਾ ਜੀ। ਸਕੂਲ ਛੱਡਤਾ ਤੁਸੀਂ? ਹਾਂਜੀ। ਰਿੰਪੀ ਸਾਡੇ ਨਾਲ ਨੇ। ਰਿੰਪੀ, ਇਹ ਹਾਲਾਤ ਦੇਖ ਕੇ ਤਾਂ ਸ਼ਾਇਦ ਵੱਡੇ ਵੱਡੇ ਦੇ ਦਿਲ ਕੰਬ ਜੇ। ਸਿਮਰਨ, ਮੈਂ ਨਾ ਦੇਖ ਕੇ ਨਾ ਮੈਨੂੰ ਉਹਦਾ ਵਿਚਾਰੀ ਦਾ ਰੋਣਾ ਨਿਕਲ ਗਿਆ। ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ, ਮੈਂ ਪੁੱਤ ਤੂੰ ਇੱਥੇ ਪੈਂਦੀ ਕਿਉਂ ਨਹੀਂ? ਉਹ ਕਹਿੰਦੀ ਜੀ ਮੈਨੂੰ ਰਾਤ ਨੂੰ ਮੇਰਾ ਡੈਡੀ ਦੇਖਦਾ ਵੀ ਮੈਂ ਤਾਂ ਨਹੀਂ ਸੌਂ ਸਕਦੀ ਇੱਥੇ। ਅਤੇ ਵੀ ਇਹ ਬੱਚਾ ਵਿਚਾਰਾ, ਉਹ ਰੋਟੀ ਪਾਣੀ 1 ਮਹੀਨੇ ਤੋਂ ਉਹਨਾਂ ਦੀ ਮਦਰ ਦਾ ਨਹੀਂ ਪਤਾ, ਛੋਟੀ ਭੈਣ ਦਾ ਨਹੀਂ ਪਤਾ ਵੀ ਇਹੋ ਜਿਹੇ ਹਾਲਾਤ ਆ ਵੀ ਉਹਨੂੰ ਦਿਹਾੜੀ ਨਹੀਂ ਮਿਲੀ। ਉਹਨੂੰ ਦੇਖਣ ਲੱਗ ਗਿਆ ਸਾਰੀ ਨਰਮਾ ਬੈਲਟ ਹੈ, ਹੇਠਲਾ ਪਾਣੀ ਬਹੁਤਾ ਚੰਗਾ ਨਹੀਂ, ਤਾਂ ਕਰਕੇ ਨਰਮਾ ਬੈਲਟ ਆ। ਸਰਪੰਚ ਸਾਹਿਬ ਖੜ੍ਹੇ ਆ ਵੀ ਉਹਨੂੰ ਇਹ ਦੇਖਣ ਲੱਗ ਗਿਆ ਮੈਂ ਦਿਹਾੜੀ ਨਹੀਂ ਜਾ ਸਕਦਾ, ਘਰ ਵਾਲੀ ਮੇਰੀ ਬਲਾਈਂਡ ਆ, ਦੇਖਦਾ ਨਹੀਂ, ਦਿਹਾੜੀ ਮੈਨੂੰ ਮਿਲ ਨਹੀਂ ਸਕਦੀ। ਇਸ ਕਰਕੇ ਬੰਦਾ ਸੋਚ ਨਹੀਂ ਸਕਦਾ। ਉਹਨੇ ਨਾ ਇਹ ਸੋਚਿਆ ਹੋਣਾ ਮੇਰੇ ਬੱਚੇ ਕਿਹੜੇ ਹਾਲਾਤਾਂ 'ਚ ਰਹਿਣਗੇ, ਉਹਨੂੰ ਐਂ ਲੱਗਿਆ ਵੀ ਕਿਰਾ ਮੈਂ ਆਪਦੇ ਆਪ ਨੂੰ ਖਤਮ ਕਰ ਲਾਂ। ਵੀ ਹਾਲਾਤ ਇਹੋ ਜਿਹੇ ਨੇ, ਤੁਸੀਂ ਆਹ ਘਰ ਦੇਖ ਰਹੇ ਹੋ, ਮੈਂ ਦੇਖ ਕੇ ਹੈਰਾਨ ਰਹਿ ਗਿਆ। ਸਰਪੰਚ ਸਾਹਿਬ ਨੇ ਦੱਸਿਆ ਵੀ ਅਸੀਂ ਇਹ ਥਾਂ ਦਿੱਤੀ ਹੈ ਵੀ ਕਿਵੇਂ ਇਹ ਬੱਚੇ ਆਪਦੀ ਜ਼ਿੰਦਗੀ ਕਿਵੇਂ ਲੰਘਾਉਣਗੇ। ਵੀ ਸਾਡੀ ਸੁਸਾਇਟੀ ਲਈ, ਜਿਵੇਂ ਤੁਸੀਂ ਕਿਹਾ, ਵਾਕਈ ਸਾਡੇ ਸਮਾਜ ਲਈ ਇਹ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਖਤਰਨਾਕ ਗੱਲ ਹੈ ਕਿ 3 ਬੱਚੇ 2 ਭੈਣਾਂ, ਉਹ ਵਿਚਾਰੀ ਰੋ ਰਹੀ ਹੈ। ਰੋਣਾ ਨਹੀਂ ਪੁੱਤ, ਰੋਣਾ ਨਹੀਂ। ਨਹੀਂ ਬੇਟਾ ਰੋਣਾ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਪੁੱਤ। ਮੰਮੀ ਕਿੱਥੇ ਨੇ ਤੁਹਾਡੇ? ਪਤਾ ਨਹੀਂ ਜੀ। ਕਦੋਂ ਤੋਂ ਨਹੀਂ ਪਤਾ ਤੁਹਾਨੂੰ? ਮਹੀਨਾ ਸਰ ਹੋ ਗਿਆ ਜਦੋਂ ਤੋਂ ਡੈਡੀ ਵਾਲੀ ਗੱਲ ਬਣੀ ਹੈ ਜੀ। ਛੱਡ ਗਈ ਤੁਹਾਨੂੰ? ਪਤਾ ਹੀ ਨਹੀਂ? ਨਾ ਜੀ, ਸਾਨੂੰ ਕਹਿੰਦੇ ਮਿੱਟੀ ਕੱਢ ਕੇ ਆਉਣੇ ਜੀ ਬਾਬਿਆਂ ਦੀ। ਤੇ ਭੈਣ ਛੋਟੀ? ਉਹ ਵੀ ਨਾਲ ਹੀ ਗਏ ਨੇ। ਤੇ ਉਦੋਂ ਤੋਂ ਆਏ ਨਹੀਂ, ਉਹ ਘਰੇ ਹੀ ਨਹੀਂ ਮੁੜੇ? ਨਾ ਜੀ। ਤੇ ਤੁਹਾਡੇ ਨਾਲ ਕੋਈ ਗੱਲ ਵੀ ਨਹੀਂ ਹੋਈ? ਕੋਈ ਪਤਾ ਹੀ ਨਹੀਂ? ਨਾ ਜੀ। ਕਹਿ ਕੇ ਕੀ ਗਏ ਸੀ ਪੁੱਤ? ਸਾਨੂੰ ਕਹਿੰਦੇ ਜੀ ਅਸੀਂ ਬਾਬਿਆਂ ਦੀ ਮਿੱਟੀ ਕੱਢ ਕੇ ਆਉਣੇ। ਫਿਰ ਨਹੀਂ ਆਏ? ਨਾ ਜੀ। ਤੇ ਫਿਰ ਡੈਡੀ ਤੋਂ ਪਹਿਲਾਂ ਚਲੀ ਗਈ ਸੀ ਮੰਮੀ? ਹਾਂਜੀ। ਤੇ ਮੰਮੀ ਨੂੰ ਦਿਸਦਾ ਨਹੀਂ? ਨਾ ਜੀ, ਉਹਨਾਂ ਨੂੰ ਦਿਸਦਾ ਨਹੀਂ ਬਿਲਕੁਲ ਅੱਖਾਂ ਤੋਂ? ਹਾਂਜੀ। ਤੇ ਫਿਰ ਲੈ ਕੇ ਕੌਣ ਗਿਆ? ਮੰਮੀ ਨੂੰ ਲੈ ਕੇ ਕੌਣ ਗਿਆ? ਛੋਟੀ ਭੈਣ। ਉਹ ਕਿੰਨੇ ਕੁ ਸਾਲ ਦੀ ਹੈ? ਹੋ ਗਈ ਜੀ 10-12 ਸਾਲ ਦੀ। ਉਹਦੇ ਨਾਲ ਗਈ? ਹਾਂਜੀ। ਤੇ ਪੁੱਛਿਆ ਤੁਸੀਂ ਨਾਨਕਿਆਂ ਤੇ ਜਾਂ ਕਿਤੇ ਪੁੱਛਿਆ ਮੰਮੀ ਬਾਰੇ? ਹਾਂਜੀ ਪੁੱਛਿਆ ਸੀ, ਪਰ ਉਹ ਕਹਿੰਦੇ ਉਰੇ ਨਹੀਂ ਆਈ ਜੀ, ਆਈ ਤਾਂ ਦੱਸ ਦਾਂਗੇ। ਕਿਸੇ ਰਿਸ਼ਤੇਦਾਰੀ 'ਚ ਹੋਰ ਕਿਤੇ ਵੀ ਨਹੀਂ? ਨਾ ਜੀ। ਤੇ ਤੁਸੀਂ ਪੁੱਤ ਥਾਣੇ ਦੱਸਿਆ? ਕਿਸੇ ਨੇ ਪਿੰਡ ਵਾਲਿਆਂ ਨੂੰ ਕਿਹਾ ਵੀ ਪੁਲਿਸ ਨੂੰ ਦੱਸੋ? ਨਾ ਜੀ, ਕਿਸੇ ਨੂੰ ਨਹੀਂ ਦੱਸਿਆ ਸੀ। ਤੇ ਡੈਡੀ ਵੀ ਗੱਲ ਕਰਦੇ ਹੁੰਦੇ ਸੀ ਮੰਮੀ ਦੀ ਵੀ ਆਈ ਨਹੀਂ ਉਹ? ਹਾਂਜੀ। ਰੋਣਾ ਨਹੀਂ ਪੁੱਤ, ਕੀ ਹੋ ਗਿਆ? ਹਰਮਨ ਰੋਣਾ ਨਹੀਂ, ਰੋਣਾ ਨਹੀਂ, ਰੋਣਾ ਨਹੀਂ। ਕਿਹੜੀ ਕਲਾਸ 'ਚ ਆ ਪੁੱਤ? ਚੌਥੀ। ਇੱਧਰ ਦੇਖ, ਬੜਾ ਸਿਆਣਾ ਪੁੱਤ, ਰੋਣਾ ਨਹੀਂ। ਹੈਗੇ ਨਾ ਅਸੀਂ ਸਾਰੇ ਤੇਰੇ ਨਾਲ, ਅੱਜ ਤੋਂ ਤੇਰੇ ਭਰਾ ਹੈ, ਰੋਣਾ ਨਹੀਂ। ਯਾਦ ਆਉਂਦੀ ਹੈ ਮੰਮੀ ਦੀ? ਹਾਂਜੀ। ਮਿਲ ਕੇ ਨਹੀਂ ਗਈ ਮੰਮੀ ਜਿਸ ਦਿਨ ਗਈ? ਹਾਂਜੀ। ਹਾਂਜੀ। ਸਕੂਲ ਸੀਗਾ ਪੁੱਤ ਤੂੰ? ਹਾਂਜੀ। ਤੇ ਫਿਰ ਦੀਦੀ ਨੇ ਦੱਸਿਆ ਘਰੇ ਆਏ ਨੂੰ ਵੀ ਮੰਮੀ ਗਈ? ਹਾਂਜੀ। ਤੇ ਡੈਡੀ? ਜਿਹੜੇ ਖੇਤ ਸੀਗੇ, ਹਾਂ, ਖੇਤ ਕੰਮ ਕਰ ਰਹੇ ਸੀਗੇ। ਕੰਮ ਕਰਦੇ ਸੀ? ਹਾਂਜੀ, ਗਵਾਂਢੀਆਂ ਦੇ ਦਿਹਾੜੀ ਗਏ ਹੋਏ ਸੀ।
ਫਿਰ ਜੀ ਬਸ ਸ਼ਾਮ ਨੂੰ ਆਏ ਤਾਂ ਉਹਨਾਂ ਗਵਾਂਢੀਆਂ ਨੇ ਦੱਸਿਆ ਸੀ। ਤੁਸੀਂ ਕਿੱਥੇ ਸੀਗੇ? ਅਸੀਂ ਜੀ ਭੂਆ ਕੋਲ ਜਾ ਰਹੇ ਸੀ। ਤੇ ਡੈਡੀ ਫਿਰ ਇਕੱਲੇ ਰਹਿੰਦੇ ਸੀ ਇੱਥੇ? ਹਾਂਜੀ, ਇੱਕ ਮੇਰੇ ਭਰਾ ਤੇ ਬਸ ਮੇਰੇ ਡੈਡੀ ਸੀਗੇ। ਹੁਣ ਫਿਰ ਕੌਣ ਸਾਂਭਦਾ ਤੁਹਾਨੂੰ? ਦਾਦਾ ਦਾਦੀ ਜੀ ਜਾਂ ਭੂਆ। ਉਹ ਕਿਹੜੇ ਪਿੰਡ ਰਹਿੰਦੇ ਆ? ਭੂਆ ਜੀ ਇੱਕ ਪੱਖੋ ਕਲਾਂ ਤੇ ਇੱਕ ਜੀ ਰੋਣਾ ਨਹੀਂ ਪੁੱਤ। ਕੰਮ ਨਹੀਂ ਮਿਲਦਾ ਸੀ ਡੈਡੀ ਨੂੰ? ਹਾਂਜੀ। ਨਰਮਾ ਚੁਗਣ ਜਾਂਦੇ ਸੀ? ਹਾਂਜੀ। ਇਹ ਨਰਮੇ ਕਰਕੇ ਸਾਰੀ ਬੈਲਟ ਤੇ ਅਸਰ ਹੋਇਆ ਤੇ ਕੰਮ ਨਹੀਂ ਮਿਲਿਆ। ਨਰਮੇ ਕਰਕੇ ਵੀ ਹੁਣ ਜਿਵੇਂ ਇਹਨੇ ਦੱਸਿਆ ਵੀ ਇਹਦੇ ਮੰਮੀ ਚਲੇ ਗਏ, ਬਲਾਈਂਡ ਸੀਗੇ, ਉਹ ਵੀ ਇੱਕ ਦਿਮਾਗ ਦੇ ਉੱਤੇ ਬੰਦੇ ਦੇ ਬੋਝ ਪੈ ਜਾਂਦਾ। ਮੇਰੇ ਘਰ ਵਾਲੀ ਪਤਾ ਨਹੀਂ ਕਿੱਧਰ ਚਲੀ ਗਈ, ਕੋਈ ਗਰੀਬ ਬੰਦੇ ਨੂੰ ਕਿਤੇ ਪਹੁੰਚ ਹੁੰਦੀ ਨਹੀਂ। 3 ਜਾਣੇ ਆ ਪਰਿਵਾਰ ਦੇ, ਘਰ ਵਾਲੀ ਨੂੰ ਦੇਖਦਾ ਨਹੀਂ। ਹੁਣ ਇਹ ਦਿਹਾੜੀ ਦੱਪਾ ਕਰਨਾ, ਆਪਦਾ ਦਿਹਾੜੀ ਦੱਪਾ ਦੇਖ ਨਹੀਂ ਰਿਹਾ। ਜ਼ਿਮੀਂਦਾਰ ਵੀ ਕਿੱਥੋਂ 300 ਰੁਪਇਆ ਦਿਹਾੜੀ ਦੇਊਗਾ। ਸਿਮਰਨ ਵੀ 30 ਰੁਪਏ ਨਰਮੇ ਦੀ ਚੁਗਾਈ ਚੱਲ ਰਹੀ ਹੈ ਤੇ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ, ਮੰਨ ਕੇ ਚੱਲੋ 12,000 ਰੁਪਇਆ, 5400 ਰੁਪਇਆ, 2000 ਰੁਪਇਆ। ਇੱਕ ਖੇਤ ਤਾਂ ਚਲੋ ਖੇਤ ਕਾਸ਼ਤਕਾਰ ਤਾਂ ਫਿਰ ਵੀ ਵੱਡਾ ਜ਼ਿਮੀਂਦਾਰ ਕਿਤੇ ਹੈ, ਛੋਟਾ ਜ਼ਿਮੀਂਦਾਰ ਤੇ ਜਿਹੜਾ ਇੱਕ ਦਿਹਾੜੀਦਾਰ ਬੰਦਾ ਹੈ ਉਹਨੂੰ ਕਿਤੇ ਜਾਣ ਨੂੰ ਕਿਤੇ ਜਗ੍ਹਾ ਹੀ ਨਹੀਂ। ਪਿੰਡਾਂ ਦੇ ਵਿੱਚ ਕੰਮ ਕੀ ਨੇ, ਕੋਈ ਫੈਕਟਰੀ ਤਾਂ ਹੈ ਨਹੀਂ ਸਾਡੇ ਇੱਥੇ। ਇਹੀ ਕੰਮ ਹੈ ਵੀ ਜਾਂ ਤਾਂ ਨਰਮੇ ਦੀ ਗੋਡੀ ਹੈ, ਨਰਮੇ ਤੇ ਸਪਰੇਅ ਹੈ, ਉਹ ਕੰਮ ਪਹਿਲਾਂ ਨਿਬੜ ਗਿਆ। ਹੁਣ ਜਿਹੜਾ ਇਹ 2 ਮਹੀਨੇ ਕੰਮ ਚੱਲਣਾ ਸੀ ਨਰਮੇ ਦੀ ਚਗਾਈ ਤੇ ਨਰਮੇ ਦੀ ਪਟਾਈ ਦਾ ਚੱਲਣਾ ਸੀ। ਹੁਣ ਜ਼ਿਮੀਂਦਾਰ ਵੀ ਅੱਧ ਵਿਚਾਲੇ ਹੈ, ਇੱਕ ਖੇਤ 'ਚ 2-2 ਮਣ ਨਰਮਾ ਹੈ, ਨਾ ਉਹਨੂੰ ਉਹ ਨਰਮੇ ਨੂੰ ਪੱਟ ਸਕਦਾ ਹੈ, ਪੱਟ ਉਹ ਤਾਂ ਨਹੀਂ ਸਕਦਾ ਕਿਉਂਕਿ ਉਹ ਖਰਚਾ 20,000 ਰੁਪਇਆ ਕਰੀ ਬੈਠਾ। ਉਹਨੂੰ ਐਂ ਯਾਰ ਜੇ ਔਖਾ ਸੌਖਾ ਮੈਂ 2 ਮਣ ਵੀ ਚੁਗ ਲਾਂ, ਜਿਹੜਾ ਕੁਇੰਟਲ 10,000 ਦਾ ਹੋ ਜੇ ਮੈਨੂੰ ਉਹੀ ਫਾਇਦਾ। ਚਗਾ ਉਹ ਤਾਂ ਨਹੀਂ ਸਕਦਾ ਕਿਉਂਕਿ ਇੱਕ ਦਿਨ 'ਚ ਵੱਧ ਤੋਂ ਵੱਧ ਇੱਕ ਬੰਦਾ 5 ਤੋਂ ਲੈ ਕੇ 7 ਕਿਲੋ ਨਰਮਾ ਚੁਗਦਾ। 300 ਰੁਪਇਆ ਲੇਬਰ ਹੈ, ਉਹਨਾਂ ਨੂੰ ਲਿਆਉਣ ਜਾਣ ਦਾ ਖਰਚਾ। ਵੀ ਦਿਹਾੜੀਦਾਰ ਬੰਦਾ ਵੀ ਮਾਰਿਆ ਗਿਆ, ਜ਼ਿਮੀਂਦਾਰ ਵੀ ਮਾਰਿਆ ਗਿਆ। ਹੁਣ ਤੁਸੀਂ ਐਂ ਦੇਖੋ ਵੀ ਇੱਕ ਪਰਿਵਾਰ ਕੋਲੇ ਤੁਸੀਂ ਪਹੁੰਚ ਕੀਤੀ ਹੈ, ਤੁਹਾਡਾ ਧੰਨਵਾਦ ਹੀ ਕਰਦੇ ਹਾਂ। ਚਲੋ ਤੁਸੀਂ ਸੀਰੀਜ਼ ਕਰਨੇ ਵੀ ਇੱਦਾਂ ਦੇ ਕਿੰਨੇ ਪਰਿਵਾਰ ਹੋਣਗੇ ਜਿਨ੍ਹਾਂ ਕੋਲੇ ਅਸੀਂ ਸ਼ਾਇਦ ਪਹੁੰਚ ਵੀ ਨਹੀਂ ਕਰ ਸਕਦੇ। ਐਸੇ ਹਾਲਾਤ ਤੁਸੀਂ ਆ ਘਰ ਦੇ ਹਾਲਾਤ ਦੇਖੋ ਕਿ ਪੁੱਤ ਇੱਥੇ ਰਹਿੰਦੇ ਸੀ ਡੈਡੀ। ਇਹ ਮੀਂਹ ਚੋਂਦਾ ਇਹ ਘਰ ਮੀਂਹ ਜਦੋਂ ਪੈਂਦਾ ਸੀ? ਹਾਂਜੀ। ਤਾਂ ਇਹ ਆ ਜਿਹੜੀ ਮਿੱਟੀ ਹੈ ਨਾ, ਮੈਂ ਦਿਖਾਉਣਾ ਚਾਹੂੰਗਾ ਤੁਹਾਨੂੰ। ਆ ਜਿਹੜੀ ਮਿੱਟੀ ਹੈ ਨਾ, ਇਹਦਾ ਮਤਲਬ ਇਹ ਆ ਵੀ ਸੜਕੜੇ ਦੇ ਉੱਤੇ ਮਿੱਟੀ ਪਾਈ ਜਾਂਦੀ ਹੈ ਤੇ ਕਾਗਜ਼ ਪਾਇਆ ਜਾਂਦਾ ਹੈ, ਤੇ ਜਦੋਂ ਇਹ ਚੌਂਦਾ ਹੈ ਕੜੀਆਂ ਰਾਹੀਂ ਇੱਥੋਂ ਦੀ ਆ ਮਿੱਟੀ ਨਿਕਲਦੀ ਆ ਸਾਰੀ। ਆਹ ਦੇਖੋ ਆ ਜਿਹੜੇ ਦਾਗ ਪਏ ਹੋਏ ਆ। ਵੀ ਇਹ ਥਾਂ ਵੀ ਪੰਚਾਇਤੀ, ਘਰ ਵੀ ਪੰਚਾਇਤ ਨੇ ਪਾ ਕੇ ਦੇਤਾ। ਹੁਣ ਇਹ ਪਿੰਡ ਕੋਲੇ ਪੰਚਾਇਤੀ ਥਾਂ ਵੀ ਨਹੀਂ 5-5 ਮਰਲਿਆਂ ਦੇ ਚਲੋ ਪਲਾਟ ਮਿਲ ਰਿਹਾ, ਪੰਚਾਇਤੀ ਜਗ੍ਹਾ ਵੀ ਨਹੀਂ ਕਈ ਪਿੰਡਾਂ ਕੋਲੇ। ਪੁੱਤ ਸਕੂਲ ਜਾਣ ਤੇ ਜੀ ਕਰਦਾ ਤੇਰਾ? ਨਹੀਂ ਹੁਣ ਨਹੀਂ। ਇੱਥੇ ਇਸ ਘਰ ਚ ਆਉਣ ਤੇ ਜੀ ਨਹੀਂ ਕਰਦਾ ਹੁਣ? ਨਹੀਂ, ਅਸੀਂ ਰਵਾਂਗੇ ਤੇ ਇੱਥੇ ਪਰ ਡਰ ਲੱਗਦਾ ਇੱਥੋਂ। ਜੇ ਮੰਮੀ ਵਾਪਸ ਆ ਜੇ ਫਿਰ ਤਾਂ ਸਕੂਲ ਜਾਏਗਾ? ਹਾਂਜੀ। ਕੋਈ ਗੱਲ ਨਹੀਂ, ਆਪਾਂ ਲੱਭਾਂਗੇ, ਵਾਹਿਗੁਰੂ ਕਿਰਪਾ ਕਰੂਗਾ, ਆਪਾਂ ਲੱਭਾਂਗੇ। ਤੂੰ ਕਿਹੜੀ ਕਲਾਸ 'ਚ? ਚੌਥੀ 'ਚ। ਚੌਥੀ 'ਚ। ਤੇ ਤੁਸੀਂ ਕਿਹੜੀ ਕਲਾਸ 'ਚ ਛੱਡਿਆ ਸਕੂਲ? 7ਵੀਂ ਜੀ। 7ਵੀਂ 'ਚ ਛੱਡਿਆ। ਕਿੰਨੀ ਦੇਰ ਹੋ ਗਈ ਪੁੱਤ? ਬਾਵਾ ਟਾਈਮ ਹੋ ਗਿਆ ਉਹ ਜੀ। ਵਾਹਵਾ ਟਾਈਮ ਹੋ ਗਿਆ। ਹਾਂਜੀ। ਤਾਂ ਇਹਨਾਂ ਇਮੋਸ਼ਨਸ ਨੂੰ ਤੁਸੀਂ ਕਿਵੇਂ ਬਿਆਨ ਕਰੋਗੇ? ਘਰ ਦੇ ਹਾਲਾਤ ਤੁਸੀਂ ਦੇਖੋ, ਔਰ ਬੱਚਿਆਂ ਕੋਲੇ ਕਹਿਣ ਨੂੰ ਬਹੁਤਾ ਕੁਝ ਨਹੀਂ ਹੈ। ਘਰ ਦੇ ਇਸੇ ਘਰ ਦੀ ਇਹੀ ਦਰਵਾਜ਼ਾ, ਇਹ 10 ਫੁੱਟ ਥਾਂ ਵੀ ਨਹੀਂ ਹੋਣਾ ਜਿੱਥੇ ਉਹ ਰਹਿੰਦੇ ਸੀ, ਪਰਿਵਾਰ ਰਹਿੰਦਾ ਸੀ। ਮਾਂ ਨਹੀਂ ਪਤਾ ਕਿੱਥੇ ਹੈ, ਪਿਓ ਛੱਡ ਗਿਆ, ਫਾਹਾ ਲੈ ਗਿਆ। 2 ਧੀਆਂ, ਇੱਕ ਮਾਂ ਨਾਲ ਚਲੀ ਗਈ, ਉਹ ਪਤਾ ਹੀ ਨਹੀਂ ਕਿੱਥੇ ਹੈ। ਇਹ ਇਕੱਲੇ ਬੱਚੇ, ਔਰ ਇਹ ਸਕੂਲ ਜਾਂਦਾ, ਚੌਥੀ 'ਚ ਹੈ, ਹਰਮਨ ਔਰ ਲక్ష్ਮੀ। ਔਰ ਇੱਥੇ ਡਰ ਲੱਗਦਾ ਹੈ। ਮੁੱਦਾ ਕਿਰਸਾਨੀ ਦਾ, ਬੇਰੁਜ਼ਗਾਰ ਜਵਾਨੀ ਦਾ, ਹਾਕਮ ਕਮੀਆਂ ਲੁਕੋ ਰਿਹਾ, ਹਾਕਮ ਕਮੀਆਂ ਲੁਕੋ ਰਿਹਾ, ਕਿ ਖਬਰਾਂ ਦੱਸਦੀਆਂ ਨੇ ਕਿ ਕੁਝ ਠੀਕ ਨਹੀਂ ਹੋ ਰਿਹਾ। ਖਬਰਾਂ ਦੱਸਦੀਆਂ ਨੇ ਕੁਝ ਠੀਕ ਨਹੀਂ ਹੋ ਰਿਹਾ।